ਹੈਲੋ ਐਵਰੀਬਾਡੀ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 3 ਦ ਏਜਡ ਮਦਰ, ਇੱਕ ਬੁੱਢੀ ਮਾਂ। ਸੋ ਇਸ ਤੋਂ ਪਹਿਲਾਂ ਕਿ ਇਸ ਬਿਊਟੀਫੁਲ ਸਟੋਰੀ ਨੂੰ ਪੜ੍ਹਨਾ ਸ਼ੁਰੂ ਕਰੀਏ, ਆਓ ਇਸ ਵਿੱਚ ਆਏ ਕੁਝ ਡਿਫਿਕਲਟ ਵਰਡਸ ਨੂੰ ਆਸਾਨ ਕਰੀਏ। ਓਕੇ, ਲੈਟਸ ਸਟਾਰਟ। ਡੈਸਪੋਟਿਕ। ਡੈਸਪੋਟਿਕ ਹੁੰਦਾ ਨਿਰੰਕੁਸ਼, ਕਿ ਉਹ ਬੰਦਾ ਜਿਸ ਉੱਤੇ ਕੋਈ ਅੰਕੁਸ਼ ਨਾ ਹੋਵੇ, ਜਿਸ ਉੱਤੇ ਕੋਈ ਰੋਕ ਟੋਕ ਨਾ ਹੋਵੇ, ਜਿਹਨੂੰ ਅਸੀਂ ਤਾਨਾਸ਼ਾਹ ਕਹਿੰਦੇ ਆ। ਠੀਕ ਹੈ, ਸੋ ਐਸਾ ਰਾਜਾ ਜੋ ਨਿਰੰਕੁਸ਼ ਹੋਵੇ ਉਹਨੂੰ ਕਹਿੰਦੇ ਆ ਡੈਸਪੋਟਿਕ। ਸੁਜੈਸਟਿਵ। ਸੁਜੈਸਟਿਵ ਹੁੰਦਾ ਸੂਚਕ, ਭਾਵ ਐਸੀ ਕੋਈ ਗੱਲ, ਐਸੀ ਕੋਈ ਚੀਜ਼ ਜੋ ਕਿਸੇ ਚੀਜ਼ ਵੱਲ ਸੰਕੇਤ ਕਰੇ, ਕਿਸੇ ਚੀਜ਼ ਦੀ ਸੂਚਨਾ ਦੇਵੇ, ਉਹਨੂੰ ਆਪਾਂ ਕਹਿੰਦੇ ਆ ਸੁਜੈਸਟਿਵ। ਨੈਕਸਟ ਹੈ ਫੇਲਿੰਗ। ਫੇਲਿੰਗ ਹੁੰਦਾ ਕਮੀ, ਅਸਫਲਤਾ, ਘਾਟ। ਪ੍ਰੋਮਪਟਡ। ਪ੍ਰੋਮਪਟਡ ਹੁੰਦਾ ਉਕਸਾਇਆ, ਕਿਸੇ ਵਿਅਕਤੀ ਨੂੰ ਕੋਈ ਕੰਮ ਕਰਨ ਲਈ ਉਕਸਾਣਾ, ਉਹਨੂੰ ਕਹਿੰਦੇ ਪ੍ਰੋਮਪਟ ਕਰਨਾ। ਠੀਕ ਹੈ, ਸੈਕਿੰਡ ਫਾਰਮ ਹੈ ਪ੍ਰੋਮਪਟਡ, ਉਕਸਾਇਆ। ਬਾਰਬਰਸ ਮੀਨਸ ਕਰੂਰ, ਅਤਿਆਚਾਰੀ, ਜ਼ਾਲਮ। ਅਬੈਂਡਨਿੰਗ। ਅਬੈਂਡਨਿੰਗ ਹੁੰਦਾ ਤਿਆਗ ਕਰਨਾ, ਕਿਸੇ ਨੂੰ ਛੱਡ ਦੇਣਾ। ਵਿਡੋਡ, ਵਿਧਵਾ। ਹੰਬਲ, ਨਿਮਰ। ਰੈਕਲੈਸ, ਲਾਪਰਵਾਹ, ਬੇਪਰਵਾਹ। ਸਨੈਪਡ। ਸਨੈਪਡ ਹੁੰਦਾ ਕੱਟਣਾ, ਕਿਸੇ ਜਗ੍ਹਾ ਤੋਂ ਕੋਈ ਚੀਜ਼ ਵੱਢਣੀ। ਠੀਕ ਹੈ, ਉਹਨੂੰ ਕਹਿੰਦੇ ਸਨੈਪ ਕਰਨਾ। ਹੇਸਨਡ, ਜਲਦਬਾਜ਼ੀ ਕਰਨੀ। ਬਲੇਜ਼ ਮੀਨਸ ਚਮਕਣਾ, ਕਿਸੇ ਚੀਜ਼ ਦੀ ਚਮਕ, ਕਿਸੇ ਚੀਜ਼ ਦੀ ਰੋਸ਼ਨੀ, ਉਹਨੂੰ ਕਹਿੰਦੇ ਆ ਬਲੇਜ਼। ਅਬੋਲਿਸ਼ਡ, ਖਤਮ ਕੀਤਾ। ਨੈਕਸਟ ਫਰੇਲਿਟੀ। ਫਰੇਲਿਟੀ ਹੁੰਦੀ ਹੈ ਦੁਰਬਲਤਾ, ਕਮਜ਼ੋਰੀ। ਲੈਟਸ ਸਟਾਰਟ ਰੀਡਿੰਗ ਦ ਏਜਡ ਮਦਰ, ਇੱਕ ਬੁੱਢੀ ਮਾਂ। ਲੌਂਗ ਅਗੋ there was a province in Japan called Shining, ਕਿ ਬਹੁਤ ਪਹਿਲਾਂ ਦੀ ਗੱਲ ਹੈ ਕਿ ਜਾਪਾਨ ਦੇ ਵਿੱਚ ਇੱਕ ਇਲਾਕਾ ਸੀ ਜਿਸ ਦਾ ਨਾਮ ਸੀ ਸ਼ਾਈਨਿੰਗ। It was governed by a despotic leader. ਇਸ ਦਾ ਮੁਖੀ ਇੱਕ ਨਿਰੰਕੁਸ਼ ਤਾਨਾਸ਼ਾਹ ਸੀ। He was a good warrior. ਉਹ ਇੱਕ ਬਹੁਤ ਉੱਤਮ ਯੋਧਾ ਸੀ, but he had a great dislike for anything suggestive of failing health and strength. ਪਰ ਉਹ ਉਸ ਹਰ ਚੀਜ਼ ਦੇ ਨਾਲ ਘ੍ਰਿਣਾ ਕਰਦਾ ਸੀ, ਨਫ਼ਰਤ ਕਰਦਾ ਸੀ ਜੋ ਕਿ ਤੰਦਰੁਸਤ ਨਾ ਹੋਵੇ ਅਤੇ ਕਮਜ਼ੋਰ ਹੋਵੇ। This prompted him to make a cruel law for the province. So ਉਸ ਦੀ ਇਸ ਵਿਚਾਰਧਾਰਾ ਨੇ ਉਸ ਨੂੰ ਉਸ ਇਲਾਕੇ ਦੇ ਵਿੱਚ ਜ਼ਾਲਮਾਨਾ ਕਾਨੂੰਨ ਬਣਾਉਣ ਲਈ ਉਕਸਾਇਆ। The entire province was given strict orders. ਸਾਰੇ ਹੀ ਇਲਾਕੇ ਨੂੰ ਸਖਤ ਆਦੇਸ਼ ਦੇ ਦਿੱਤੇ ਗਏ to immediately put all the aged people to death, ਕਿ ਸਾਰੇ ਲੋਕ ਆਪਣੇ ਘਰਾਂ ਵਿੱਚ ਮੌਜੂਦ ਬੁੱਢੇ ਲੋਕਾਂ ਨੂੰ ਇੱਕਦਮ ਮਾਰ ਦੇਣ। Those were barbarous days. ਉਹ ਬਹੁਤ ਹੀ ਅਤਿਆਚਾਰ ਨਾਲ ਭਰੇ ਹੋਏ ਦਿਨ ਸਨ। And the custom of abandoning old people to die was not uncommon. ਕਸਟਮ ਹੁੰਦੀ ਹੈ ਪ੍ਰਥਾ, abandoning ਛੱਡ ਦੇਣਾ, ਅਨਕੋਮਨ ਖਾਸ, ਕਿ ਉਸ ਅਤਿਆਚਾਰ ਦੇ ਸਮੇਂ ਵੇਲੇ ਆਪਣੇ ਬਜ਼ੁਰਗਾਂ ਨੂੰ ਮੌਤ ਲਈ ਛੱਡ ਦੇਣਾ ਕੋਈ ਖਾਸ ਗੱਲ ਨਹੀਂ ਸੀ, ਇਹ ਆਮ ਗੱਲ ਸੀ। In the same province, ਉਸੇ ਹੀ ਇਲਾਕੇ ਵਿੱਚ lived a poor farmer, ਇੱਕ ਗਰੀਬ ਕਿਸਾਨ ਰਹਿੰਦਾ ਸੀ। And his aged widowed mother at the foot of the mountain, ਅਤੇ ਉਸ ਦੇ ਨਾਲ ਉਸ ਦੀ ਵਿਧਵਾ ਮਾਂ ਵੀ ਰਹਿੰਦੀ ਸੀ ਜੋ ਕਿ ਪਹਾੜੀ ਦੇ ਬਿਲਕੁਲ ਨੀਚੇ ਰਹਿੰਦੇ ਸਨ। They owned a bit of land. ਉਹਨਾਂ ਕੋਲ ਬਹੁਤ ਘੱਟ ਜ਼ਮੀਨ ਸੀ which supplied them with food, ਜਿਹੜੀ ਕਿ ਉਹਨਾਂ ਨੂੰ ਖਾਣਾ ਸਪਲਾਈ ਕਰਦੀ ਸੀ। They were humble, peaceful and happy. ਦੋਨੋਂ ਜਣੇ ਬਹੁਤ ਹੀ ਨਿਮਰ ਸੁਭਾਅ ਦੇ, ਸ਼ਾਂਤਮਈ ਅਤੇ ਖੁਸ਼ ਸਨ। The poor farmer loved his aged mother. ਗਰੀਬ ਕਿਸਾਨ ਆਪਣੀ ਬੁੱਢੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ। And dealt with her very tenderly, ਅਤੇ ਉਸ ਨਾਲ ਬਹੁਤ ਹੀ ਕੋਮਲਤਾ ਦੇ ਨਾਲ ਵਿਵਹਾਰ ਕਰਦਾ ਸੀ। ਡੀਲ ਹੁੰਦਾ ਵਿਵਹਾਰ ਕਰਨਾ, ਤੇ ਡੀਲ ਦੀ ਸੈਕਿੰਡ ਫਾਰਮ ਡੈਲਟ, ਵਿਵਹਾਰ ਕਰਦਾ ਸੀ। ਟੈਂਡਰਲੀ ਹੁੰਦਾ ਕੋਮਲਤਾ ਦੇ ਨਾਲ, ਆਰਾਮ ਦੇ ਨਾਲ। The order by the despot filled his heart with sorrow. ਨਿਰੰਕੁਸ਼ ਤਾਨਾਸ਼ਾਹ ਦਾ ਇਹ ਹੁਕਮ ਸੁਣ ਕੇ ਉਸ ਦਾ ਦਿਲ ਦੁੱਖ ਨਾਲ ਭਰ ਗਿਆ। Other people did not think twice about obeying the order of the governor. ਦੂਜੇ ਲੋਕਾਂ ਨੇ ਤਾਂ ਉਸੇ ਵੇਲੇ ਹੀ ਗਵਰਨਰ ਦੇ ਆਰਡਰ ਦੀ ਪਾਲਣਾ ਕਰ ਦਿੱਤੀ, ਉਹਨਾਂ ਨੇ ਦੂਜੀ ਵਾਰ ਇਸ ਬਾਰੇ ਨਹੀਂ ਸੋਚਿਆ। But this farmer was very unhappy. ਪਰ ਇਹ ਕਿਸਾਨ ਬਹੁਤ ਦੁਖੀ ਸੀ, ਨਾਖੁਸ਼ ਸੀ।
However, ਹਾਲਾਂਕਿ he had to obey the order. ਉਸ ਨੂੰ ਵੀ ਇਸ ਹੁਕਮ ਦੀ ਪਾਲਣਾ ਕਰਨੀ ਪੈਣੀ ਸੀ. So the farmer prepared for what at that time was considered the kindest way of death. ਇਸ ਤਰ੍ਹਾਂ ਉਹ ਕਿਸਾਨ ਵੀ ਉਸ ਵੇਲੇ ਤਿਆਰ ਹੋ ਗਿਆ ਆਪਣੀ ਮਾਂ ਨੂੰ ਮੌਤ ਦੇ ਹਵਾਲੇ ਕਰਨ ਲਈ, ਪਰ ਉਹ ਆਪਣੀ ਮਾਂ ਨੂੰ ਮਾਰਨ ਲਈ ਐਸਾ ਢੰਗ ਤਰੀਕਾ ਵਰਤਣਾ ਚਾਹੁੰਦਾ ਸੀ ਜੋ ਕਿ ਸਭ ਤੋਂ ਦਇਆਪੂਰਨ ਮੰਨਿਆ ਜਾਵੇ. Just at sunset, ਸੂਰਜ ਢਲਣ ਵੇਲੇ, when his day's work ended, ਜਦੋਂ ਉਸ ਦੇ ਦਿਨ ਦੇ ਕੰਮਕਾਰ ਖਤਮ ਹੋ ਗਏ, he took some unwhitened rice, ਉਸ ਨੇ ਬਿਨਾਂ ਪੋਲਿਸ਼ ਕੀਤੇ ਹੋਏ ਰਾਈਸ ਲਏ, which was the main food for the poor, and cooked it, ਜੋ ਕਿ ਉਸ ਦੀ ਬੁੱਢੀ ਮਾਂ ਦਾ ਮੁੱਖ ਖਾਣਾ ਸੀ, ਅਤੇ ਉਸ ਨੇ ਉਹ ਚਾਵਲ ਪਕਾ ਲਏ. dried it, ਅਤੇ ਇਸ ਨੂੰ ਸੁਕਾ ਲਿਆ, and tied it, ਅਤੇ ਇਸ ਨੂੰ ਬੰਨ ਲਿਆ, in a cloth, ਇੱਕ ਕੱਪੜੇ ਵਿੱਚ, which he swung, ਜੋ ਕਿ ਉਸਨੇ ਲਟਕਾ ਲਿਆ. ਸੋ ਸਵਿੰਗ ਹੁੰਦਾ ਲਟਕਾਣਾ, ਸਵਿੰਗ ਦੀ ਸੈਕਿੰਡ ਤੇ ਥਰਡ ਫਾਰਮ, swung. ਸੋ ਉਸਨੇ ਲਟਕਾ ਲਿਆ ਕਿੱਥੇ? in a bundle around his neck, ਇੱਕ ਬੰਡਲ ਵਿੱਚ ਬੰਨ ਕੇ ਆਪਣੇ ਗਰਦਨ ਦੇ ਦੁਆਲੇ ਉਸ ਨੂੰ ਲਟਕਾ ਲਿਆ, and started on his painful journey up the mountain, ਅਤੇ ਉਸ ਨੇ ਪਹਾੜੀ ਤੇ ਚੜ੍ਹਨ ਦੀ ਆਪਣੀ ਦੁਖਦਾਇਕ ਯਾਤਰਾ ਸ਼ੁਰੂ ਕੀਤੀ. The road was long and steep, ਸੜਕ ਲੰਬੀ ਸੀ ਅਤੇ ਖੜੀ ਸੀ, ਭਾਵ ਉਸ ਦੀ ਢਲਾਨ ਕਾਫੀ ਜ਼ਿਆਦਾ ਸੀ, ਉਸ ਨੂੰ ਚੜ੍ਹਨਾ ਔਖਾ ਸੀ. The narrow road was crossed and recrossed by many paths made by hunters and the woodcutters, ਅਤੇ ਉਸ ਤੰਗ ਸੜਕ ਦੇ ਵਿੱਚੋਂ ਕਈ ਹੋਰ ਰਾਹ ਨਿਕਲਦੇ ਸਨ, ਅਤੇ ਉਸ ਨੂੰ ਕਈ ਹੋਰ ਰਾਹ ਕੱਟਦੇ ਸਨ ਜੋ ਕਿ ਸ਼ਿਕਾਰੀਆਂ ਅਤੇ ਲੱਕੜਹਾਰਿਆਂ ਨੇ ਬਣਾਏ ਸਨ. At some places, ਕੁਝ ਜਗ੍ਹਾਵਾਂ ਤੇ they got lost, ਉਹ ਦੋਨੋਂ ਗੁੰਮ ਗਏ, and confused, ਅਤੇ ਭੁਲੇਖੇ ਵਿੱਚ ਪੈ ਗਏ, but he did not think about it, ਪਰ ਉਸ ਕਿਸਾਨ ਨੇ ਇਸ ਬਾਰੇ ਕੁਝ ਨਹੀਂ ਸੋਚਿਆ. He was about to abandon his dear mother, ਕਿਉਂਕਿ ਉਹ ਤਾਂ ਪਹਾੜੀ ਦੇ ਸਿਖਰ ਤੇ ਆਪਣੀ ਮਾਂ ਦਾ ਤਿਆਗ ਕਰਨ ਜਾ ਰਿਹਾ ਸੀ. So it did not matter, ਸੋ ਇਹ ਕੋਈ ਮਾਇਨੇ ਨਹੀਂ ਰੱਖਦਾ ਸੀ which path he took to reach the mountain top, ਕਿ ਉਹ ਉਸ ਪਹਾੜੀ ਦੇ ਸਿਖਰ ਤੇ ਜਾਣ ਲਈ ਕਿਹੜਾ ਰਸਤਾ ਲਵੇ. On he went, climbing blindly upward, ਜਾਣ ਵੇਲੇ ਉਹ ਅੰਨ੍ਹੇਵਾਹ ਹੀ ਉੱਪਰ ਵੱਲ ਨੂੰ ਵੱਧ ਰਿਹਾ ਸੀ. Ever upward towards the high bare summit known as Obatsuyama, the mountain where the aged were abandoned. ਉਹ ਬਸ ਉਸ ਪਰਬਤ ਦੀ ਸਭ ਤੋਂ ਉੱਚੀ ਚੋਟੀ ਤੇ ਪਹੁੰਚਣਾ ਚਾਹੁੰਦਾ ਸੀ ਜਿਸ ਨੂੰ ਕਿ ਓਬੈਟਸੂਯਾਮਾ ਕਿਹਾ ਜਾਂਦਾ ਸੀ. ਇਹ ਉਹ ਪਹਾੜੀ ਸੀ ਜਿਸ ਉੱਤੇ ਉਸ ਨੇ ਆਪਣੇ ਮਾਤਾ ਜੀ ਦਾ ਤਿਆਗ ਕਰਨਾ ਸੀ. The eyes of the old mother were not so dim, ਉਸ ਬੁੱਢੀ ਮਾਤਾ ਦੀਆਂ ਅੱਖਾਂ ਇੰਨੀਆਂ ਵੀ ਧੁੰਦਲੀਆਂ ਨਹੀਂ ਸਨ that they could not notice the reckless hastening from one path to another. reckless ਹੁੰਦਾ ਲਾਪਰਵਾਹੀ, hastening ਜਲਦਬਾਜ਼ੀ. ਸੋ ਉਸ ਬੁੱਢੀ ਮਾਂ ਦੀਆਂ ਅੱਖਾਂ ਇੰਨੀਆਂ ਵੀ ਧੁੰਦਲੀਆਂ ਨਹੀਂ ਸਨ ਕਿ ਉਹ ਆਪਣੇ ਪੁੱਤਰ ਦੀ ਇੱਕ ਰਸਤੇ ਤੋਂ ਦੂਜੇ ਰਸਤੇ ਵੱਲ ਕੀਤੇ ਜਾਣ ਵਾਲੇ ਸਫ਼ਰ ਦੀ ਲਾਪਰਵਾਹੀ ਅਤੇ ਜਲਦਬਾਜ਼ੀ ਨਾ ਦੇਖ ਸਕਣ. And her loving heart grew anxious, ਅਤੇ ਉਸ ਦਾ ਪਿਆਰ ਭਰਿਆ ਦਿਲ ਉਤੇਜਨਾ ਨਾਲ ਭਰ ਗਿਆ, ਇੱਕ ਕਾਹਲੀ ਦੇ ਨਾਲ ਭਰ ਗਿਆ. ਸੋ ਉਤੇਜਨਾ ਕਿਸ ਚੀਜ਼ ਦੀ ਸੀ? Her son did not know many paths of the mountains, ਕਿ ਉਹਨੂੰ ਪਤਾ ਸੀ ਕਿ ਉਸ ਦੇ ਲੜਕੇ ਨੂੰ ਤਾਂ ਇਸ ਪਹਾੜੀ ਦੇ ਕਾਫੀ ਸਾਰੇ ਰਸਤਿਆਂ ਦਾ ਤਾਂ ਪਤਾ ਹੀ ਨਹੀਂ. And his return might be dangerous, ਅਤੇ ਉਸ ਦਾ ਵਾਪਸ ਆਣਾ ਬਹੁਤ ਖਤਰਨਾਕ ਹੋ ਜਾਏਗਾ. So she stretched forth her hand, ਇਸ ਲਈ ਉਸ ਨੇ ਆਪਣੇ ਹੱਥ ਅੱਗੇ ਵੱਲ ਨੂੰ ਵਧਾਏ. And snapped twigs, snapped ਹੁੰਦਾ ਤੋੜ ਲੈਣਾ, twigs ਹੁੰਦੀਆਂ ਟਾਹਣੀਆਂ, ਅਤੇ ਉਸਨੇ ਆਪਣੇ ਹੱਥਾਂ ਨੂੰ ਅੱਗੇ ਵੱਲ ਵਧਾ ਕੇ ਰਸਤੇ ਵਿੱਚ ਆ ਰਹੀਆਂ ਟਾਹਣੀਆਂ ਨੂੰ ਤੋੜਿਆ. ਕਿੱਥੋਂ? From bushes as they passed. bushes ਹੁੰਦੀਆਂ ਝਾੜੀਆਂ, ਤਾਂ ਉਹ ਰਸਤੇ ਵਿੱਚ ਆ ਰਹੀਆਂ ਝਾੜੀਆਂ ਵਿੱਚੋਂ ਕੁਝ ਕੁ ਟਾਹਣੀਆਂ ਤੋੜਨ ਲੱਗ ਪਈ. She quietly dropped a handful, ਅਤੇ ਉਹ ਕੁਝ ਕੁ ਟਾਹਣੀਆਂ ਨੂੰ ਰਸਤੇ ਵਿੱਚ ਬੜੇ ਆਰਾਮ ਦੇ ਨਾਲ ਗੇਰਦੀ ਰਹੀ, ਚੁੱਪ-ਚਪੀਤੇ ਗੇਰਦੀ ਰਹੀ. Every few steps of the way, ਰਸਤੇ ਦੇ ਵਿੱਚ ਥੋੜੇ ਕਦਮਾਂ ਦੇ ਬਾਅਦ. So that as they climbed, ਤਾਂ ਕਿ ਜਿੱਦਾਂ ਉਹ ਚੜਾਈ ਚੜ ਰਹੇ ਹਨ, the narrow path behind them
was dotted with tiny piles of twigs। ਤਾਂ ਜਿਹੜਾ ਇਹ ਤੰਗ ਰਸਤਾ ਹੈ ਇਸ ਦੀ ਨਿਸ਼ਾਨਦੇਹੀ ਕਰ ਦਿੱਤੀ ਜਾਵੇ ਛੋਟੀਆਂ-ਛੋਟੀਆਂ ਲੱਕੜੀ ਦੇ ਟੁਕੜਿਆਂ ਦੇ ਢੇਰ ਦੇ ਨਾਲ। At last ਅੰਤ ਵਿੱਚ the summit was reached। ਪਹਾੜੀ ਦੀ ਚੜ੍ਹਾਈ ਚੜ੍ਹ ਲਈ ਗਈ। weary and heartsick। weary ਹੁੰਦਾ ਥੱਕਿਆ ਹੋਇਆ, heartsick ਹੁੰਦਾ ਉਦਾਸ। ਸੋ ਥਕੇ ਹੋਏ ਅਤੇ ਉਦਾਸ ਕਿਸਾਨ ਨੇ the youth gently released his burden। youth ਜਵਾਨ। ਸੋ ਉਸ ਜਵਾਨ ਕਿਸਾਨ ਨੇ gently ਹੁੰਦਾ ਆਰਾਮ ਦੇ ਨਾਲ, released ਹੁੰਦਾ ਅਲੱਗ ਕੀਤਾ, burden ਹੁੰਦਾ ਭਾਰ, ਸਾਇਲੈਂਟਲੀ ਹੁੰਦਾ ਬਿਨਾਂ ਕੁਝ ਕਹੇ। ਸੋ ਜਵਾਨ ਕਿਸਾਨ ਨੇ ਆਪਣੀ ਬੁੱਢੀ ਮਾਂ ਦਾ ਭਾਰ ਬੜੇ ਹੀ ਆਰਾਮ ਦੇ ਨਾਲ ਆਪਣੇ ਤੋਂ ਅਲੱਗ ਕੀਤਾ ਅਤੇ ਚੁੱਪ ਚਪੀਤੇ prepared a place of comfort, ਇੱਕ ਆਰਾਮ ਵਾਲੀ ਜਗ੍ਹਾ ਤਿਆਰ ਕੀਤੀ as his last duty to the loved one। ਜਿੱਦਾਂ ਕਿ ਇਹ ਉਸਦਾ ਇੱਕ ਆਖਰੀ ਫਰਜ਼ ਸੀ ਕਿ ਆਪਣੀ ਮਾਂ ਨੂੰ ਇੱਕ ਆਰਾਮ ਵਾਲੀ ਜਗ੍ਹਾ ਦੇ ਉੱਤੇ ਬਿਠਾ ਕੇ ਚਲੇ ਜਾਣਾ। ਗੈਦਰਿੰਗ ਇਕੱਠੇ ਕੀਤੇ। fallen pine needles। pine needles ਹੁੰਦੇ ਨੇ ਦੇਵਦਾਰ ਦਰਖਤ ਦੇ ਪੱਤੇ ਜੋ ਕਿ ਸੂਈਆਂ ਦੇ ਆਕਾਰ ਦੇ ਹੁੰਦੇ ਹਨ। ਸੋ ਉਸਨੇ ਗਿਰੇ ਹੋਏ ਦੇਵਦਾਰ ਦਰਖਤ ਦੇ ਪੱਤੇ ਇਕੱਠੇ ਕੀਤੇ। he made a soft cushion। ਉਸਨੇ ਉਹਨਾਂ ਦਾ ਇੱਕ ਮੁਲਾਇਮ ਸਰਾਣਾ ਬਣਾਇਆ and tenderly lifted his old mother onto it। ਅਤੇ ਉਸਨੇ ਆਪਣੀ ਮਾਤਾ ਨੂੰ ਚੱਕ ਕੇ ਉਸ ਉੱਤੇ ਬਿਠਾ ਦਿੱਤਾ। he wrapped her padded coat। wrapped ਹੁੰਦਾ ਲਪੇਟਿਆ, padded ਹੁੰਦਾ ਗੁਦਗੁਦਾ, ਭਾਵ ਜਿਸ ਵਿੱਚ ਰੂਹ ਭਰੀ ਹੋਵੇ। ਸੋ ਉਸਨੇ ਆਪਣੀ ਮਾਂ ਦਾ ਰੂਹ ਦੇ ਨਾਲ ਭਰਿਆ ਹੋਇਆ ਕੋਟ ਆਪਣੀ ਮਾਂ ਦੇ ਝੁਕੇ ਹੋਏ ਮੋਢਿਆਂ ਦੇ ਕੋਲ ਰੱਖ ਦਿੱਤਾ and with tearful eyes ਅਤੇ ਨਮ ਅੱਖਾਂ ਦੇ ਨਾਲ and an aching heart ਅਤੇ ਦਰਦ ਨਾਲ ਭਰੇ ਹੋਏ ਦਿਲ ਦੇ ਨਾਲ he bade farewell to his mother। ਉਸਨੇ ਆਪਣੀ ਮਾਂ ਨੂੰ ਅਲਵਿਦਾ ਕਿਹਾ। The trembling voice of his mother was full of unselfish love। ਕੰਬਦੀ ਹੋਈ ਉਸ ਦੀ ਮਾਂ ਦੀ ਆਵਾਜ਼ ਦੇ ਵਿੱਚ ਇੱਕ ਨਿਸਵਾਰਥ ਪਿਆਰ ਦੀ ਝਲਕ ਸੀ। As she gave her last instructions। ਜਦੋਂ ਉਸ ਕੰਬਦੀ ਹੋਈ ਆਵਾਜ਼ ਦੇ ਵਿੱਚ ਉਸਨੇ ਆਪਣੀਆਂ ਆਖਰੀ ਹਦਾਇਤਾਂ ਆਪਣੇ ਮੁੰਡੇ ਨੂੰ ਦਿੱਤੀਆਂ। Let not thine eyes be blinded my son। ਕਿ ਇਦਾਂ ਨਾ ਹੋਵੇ ਕਿ ਤੇਰੀਆਂ ਅੱਖਾਂ ਅੰਨੀਆਂ ਹੋ ਜਾਣ ਮੇਰੇ ਪਿਆਰੇ ਬੇਟੇ। ਸੋ ਇੱਥੇ ਉਹ ਬੁੱਢੀ ਮਾਂ ਕਹਿਣਾ ਚਾਹੁੰਦੀ ਹੈ ਕਿ ਇਦਾਂ ਨਾ ਹੋਵੇ ਕਿ ਵਾਪਸੀ ਤੈਨੂੰ ਘਰ ਜਾਣ ਦਾ ਰਸਤਾ ਹੀ ਭੁੱਲ ਜਾਵੇ। The mountain road is full of dangers। ਪਹਾੜੀ ਸੜਕ ਬਹੁਤ ਹੀ ਖਤਰਿਆਂ ਦੇ ਨਾਲ ਭਰੀ ਹੋਈ ਹੈ। The mountain road is full of dangers। ਪਹਾੜੀ ਦੀ ਸੜਕ ਖਤਰਿਆਂ ਦੇ ਨਾਲ ਭਰੀ ਪਈ ਹੈ। Look carefully। ਧਿਆਨ ਨਾਲ ਦੇਖਦਾ ਜਾਈਂ and follow the path। ਅਤੇ ਉਹੀ ਰਸਤੇ ਨੂੰ ਫੋਲੋ ਕਰੀ, ਉਸੇ ਰਸਤੇ ਤੇ ਚੱਲੀ where you see piles of twigs। piles ਹੁੰਦੇ ਢੇਰ, twigs ਹੁੰਦੇ ਆ ਟਾਹਣੀਆਂ। ਸੋ ਜਿਹੜੇ ਰਾਹ ਤੇ ਤੂੰ ਟਾਹਣੀਆਂ ਦੇ ਢੇਰ ਦੇਖੇ ਉਸੇ ਰਾਹ ਤੇ ਚੱਲੀ। they will guide you to the familiar path farther down। ਇਹ ਟਾਹਣੀਆਂ ਦਾ ਢੇਰ ਤੈਨੂੰ ਤੇਰੇ ਮਨ ਚਾਹੇ ਰਸਤੇ ਵੱਲ ਗਾਈਡ ਕਰੇਗਾ, ਦਿਸ਼ਾ ਨਿਰਦੇਸ਼ ਦੇਗਾ ਕਿ ਤੂੰ ਇਸ ਰਸਤੇ ਵੱਲ ਜਾਣਾ ਹੈ ਦੂਰ ਤੱਕ। The son's surprised eyes looked back over the path। ਹੈਰਾਨੀ ਨਾਲ ਭਰੀਆਂ ਹੋਈਆਂ ਅੱਖਾਂ ਦੇ ਨਾਲ ਬੇਟੇ ਨੇ ਉਸ ਰਸਤੇ ਵੱਲ ਤੱਕਿਆ। Then at the poor old shriveled hands। ਅਤੇ ਉਸ ਤੋਂ ਬਾਅਦ ਉਸ ਨੇ ਆਪਣੀ ਬੁੱਢੀ ਮਾਂ ਦੇ ਝੁਰਲੀਆਂ ਨਾਲ ਭਰੇ ਹੱਥਾਂ ਵੱਲ ਦੇਖਿਆ, ਕਮਜ਼ੋਰ ਹੱਥਾਂ ਵੱਲ ਦੇਖਿਆ। all scratched। ਤਾਂ ਉਸ ਦੇ ਹੱਥ ਪੂਰੀ ਤਰ੍ਹਾਂ ਨਾਲ ਛਿੱਲੇ ਗਏ ਸਨ and soiled ਅਤੇ ਮਿੱਟੀ ਨਾਲ ਭਰੇ ਪਏ ਸਨ by her work of love। ਜਿਹੜਾ ਕੰਮ ਉਸਨੇ ਆਪਣੇ ਬੇਟੇ ਦੇ ਪਿਆਰ ਵਿੱਚ ਕੀਤਾ ਸੀ। ਭਾਵ ਰਸਤੇ ਦੇ ਵਿੱਚ ਉਹ ਝਾੜੀਆਂ ਦੇ ਵਿੱਚ ਹੱਥ ਪਾ ਕੇ ਟਾਹਣੀਆਂ ਚੁੱਪ ਚਪੀਤੇ ਤੋੜਦੀ ਰਹੀ ਤੇ ਰਸਤੇ 'ਚ ਸੁੱਟਦੀ ਰਹੀ ਤਾਂ ਕਿ ਉਸਦਾ ਬੇਟਾ ਵਾਪਸੀ ਦਾ ਰਾਹ ਨਾ ਭੁੱਲ ਜਾਵੇ। ਸੋ ਇਸ ਪਿਆਰ ਵਾਲੇ ਕੰਮ ਨੂੰ ਕਰਦੇ ਹੋਏ ਉਸ ਮਾਂ ਦੇ ਹੱਥ ਚੰਗੀ ਤਰ੍ਹਾਂ ਛਿੱਲ ਗਏ ਸਨ ਅਤੇ ਮੈਲੇ ਹੋ ਗਏ ਸਨ। His heart broke within। ਤੇ ਇਹ ਸਭ ਕੁਝ ਦੇਖ ਕੇ ਉਸ ਨੌਜਵਾਨ ਮੁੰਡੇ ਦਾ ਦਿਲ ਟੁੱਟ ਗਿਆ and bowing to the ground ਅਤੇ ਜ਼ਮੀਨ ਤੇ ਗਿਰਦੇ ਹੋਏ he cried aloud। ਉਹ ਫੁੱਟ ਰੋ ਪਿਆ। Oh honorable mother ਕਿ ਹੈ ਮੇਰੀ ਸਤਿਕਾਰਯੋਗ ਮਾਤਾ your kindness breaks my heart। ਤੁਹਾਡੀ ਦਿਆਲਤਾ ਨੇ ਮੇਰਾ ਦਿਲ ਚੀਰ ਕੇ ਰੱਖ ਦਿੱਤਾ ਹੈ। I will not leave you। ਮੈਂ ਤੁਹਾਨੂੰ ਨਹੀਂ ਛੱਡਾਂਗਾ।
Together we will follow the path of twigs. ਅਸੀਂ ਦੋਨੋਂ ਇਕੱਠੇ ਹੀ ਇਸ ਟਾਹਣੀਆਂ ਦੇ ਨਾਲ ਭਰੇ ਹੋਏ ਰਸਤੇ ਨੂੰ ਤੈਅ ਕਰਾਂਗੇ। And together we will die. ਅਤੇ ਦੋਨੋਂ ਇਕੱਠੇ ਹੀ ਮਰਾਂਗੇ। Once more he shouldered his mother. ਇੱਕ ਵਾਰ ਫਿਰ ਤੋਂ ਉਸਨੇ ਆਪਣੇ ਮਾਤਾ ਜੀ ਨੂੰ ਆਪਣੇ ਮੋਢਿਆਂ ਤੇ ਚੱਕ ਲਿਆ। And hastened down the path to their little hut. ਅਤੇ ਆਪਣੀ ਛੋਟੀ ਝੌਂਪੜੀ ਦੇ ਰਸਤੇ ਵੱਲ ਕਾਹਲੀ ਦੇ ਨਾਲ ਤੁਰ ਪਿਆ। In the valley, ਉਸ ਘਾਟੀ ਦੇ ਵਿੱਚ। Beneath their kitchen floor. Beneath ਹੁੰਦਾ ਹੇਠਾਂ, ਤਾਂ ਉਸ ਦੇ ਘਰ ਦੀ ਰਸੋਈ ਦੇ ਫਰਸ਼ ਦੇ ਹੇਠਾਂ was a walled closet. ਕਲੋਜ਼ਟ ਹੁੰਦਾ ਗੁਪਤ ਕਮਰਾ, ਜਿਹਨੂੰ ਆਪਾਂ ਕੋਠੜੀ ਵੀ ਕਹਿ ਦਿੰਦੇ ਆ। ਇੱਕ ਦੀਵਾਰਾਂ ਦੇ ਨਾਲ ਬਣੀ ਹੋਈ ਗੁਪਤ ਕੋਠੜੀ ਸੀ, ਭਾਵੇਂ ਗੁਪਤ ਕਮਰਾ ਸੀ ਫॉर ਫੂਡ। ਤੇ ਉਹ ਕਮਰਾ ਉਹਨਾਂ ਨੇ ਅਨਾਜ ਰੱਖਣ ਲਈ ਬਣਾਇਆ ਸੀ। which was covered, ਜੋ ਕਿ ਢਕਿਆ ਹੋਇਆ ਸੀ। and hidden from view, ਅਤੇ ਨਜ਼ਰਾਂ ਤੋਂ ਪਰੇ ਸੀ। there the son hid his mother. ਉੱਥੇ ਉਸਨੇ ਆਪਣੀ ਮਾਤਾ ਜੀ ਨੂੰ ਛੁਪਾ ਲਿਆ। supplying her with everything she needed. ਅਤੇ ਉਹਨਾਂ ਨੂੰ ਹਰ ਚੀਜ਼ ਮੁਹੱਈਆ ਕਰਵਾਈ ਜਿਸ ਦੀ ਉਹਨਾਂ ਨੂੰ ਲੋੜ ਸੀ। continually watching and fearing. ਅਤੇ ਉਹ ਉਸ ਨੂੰ ਲਗਾਤਾਰ ਵਾਚ ਕਰਦਾ ਰਹਿੰਦਾ ਤੇ ਨਾਲ ਡਰਦਾ ਵੀ ਰਹਿੰਦਾ। ਡਰ ਕਾਹਦਾ ਸੀ ਕਿ she would be discovered, ਕਿ ਉਹ ਕਿਤੇ ਡਿਸਕਵਰ ਨਾ ਹੋ ਜਾਏ, ਕਿਤੇ ਕੋਈ ਉਹਨਾਂ ਨੂੰ ਲੱਭ ਨਾ ਲਵੇ। time passed. ਸਮਾਂ ਬੀਤਦਾ ਗਿਆ। and he was beginning to feel safe. ਤੇ ਸਮੇਂ ਦੇ ਬੀਤਣ ਨਾਲ ਉਸ ਨੇ ਸੁਰੱਖਿਅਤ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। when again the governor sent forth messengers. sent forth ਹੁੰਦਾ ਅੱਗੇ ਭੇਜਣਾ। ਮੈਸੇਂਜਰਸ ਆਪਣੇ ਸੰਦੇਸ਼ ਦੇਣ ਵਾਲਿਆਂ ਨੂੰ। ਕਿ ਜਦੋਂ ਉਸਨੇ ਸੁਰੱਖਿਅਤ ਆਪਣੇ ਆਪ ਨੂੰ ਫੀਲ ਕਰਨਾ ਸ਼ੁਰੂ ਕੀਤਾ ਤਾਂ ਉਸੇ ਵੇਲੇ ਹੀ ਗਵਰਨਰ ਨੇ ਆਪਣੇ ਸੰਦੇਸ਼ ਦੇਣ ਵਾਲਿਆਂ ਨੂੰ ਅੱਗੇ ਭੇਜਿਆ। bearing an unreasonable order. bearing ਯਾਨੀ ਉਹਨਾਂ ਦੇ ਕੋਲ ਸੀ। unreasonable ਅਨੁਚਿਤ, ਭਾਵ ਜੋ ਉਚਿਤ ਨਾ ਹੋਵੇ। ਸੋ ਉਹਨਾਂ ਕੋਲ ਇੱਕ ਅਨੁਚਿਤ ਆਰਡਰ ਸੀ, ਹੁਕਮ ਸੀ। seemingly as a boast of his power. seemingly ਮਤਲਬ ਪ੍ਰਤੀਤ ਹੁੰਦਾ ਸੀ। boast ਹੁੰਦਾ ਸ਼ੇਖੀ ਮਾਰਨੀ। ਕਿ ਉਹ ਆਰਡਰ ਐਦਾਂ ਦਾ ਲੱਗਦਾ ਸੀ ਕਿ ਜਿੱਦਾਂ ਉਹ ਉਸ ਹੁਕਮ ਦੇ ਨਾਲ ਉਹ ਆਪਣੀ ਸ਼ਕਤੀ ਦੀ ਸ਼ੇਖੀ ਮਾਰ ਰਿਹਾ ਹੋਵੇ, ਵਿਖਾਵਾ ਕਰ ਰਿਹਾ ਹੋਵੇ। his demand was that, ਉਸ ਦੀ ਡਿਮਾਂਡ ਸੀ, ਉਸ ਦੀ ਮੰਗ ਸੀ। his subjects ਹੁੰਦਾ ਉਸ ਦੇ ਲੋਕ, ਉਸ ਦੀ ਪ੍ਰਜਾ should present him with a rope of ash, ਕਿ ਉਹ ਸਾਰੇ ਜਣੇ ਉਸ ਨੂੰ ਸਵਾਹ ਦੀ ਰੱਸੀ ਬਣਾ ਕੇ ਦੇਣ, ਰਾਖ ਦੀ ਰੱਸੀ ਬਣਾ ਕੇ ਦੇਣ। the entire province of Shining trembled with fear. entire ਹੁੰਦਾ ਸਾਰਾ, trembled ਹੁੰਦਾ ਕੰਬ ਗਿਆ, fear ਯਾਨੀ ਡਰ। ਤਾਂ ਉਹ ਸਾਰਾ ਇਲਾਕਾ ਇਸ ਤਾਨਾਸ਼ਾਹ ਦੇ ਹੁਕਮ ਨੂੰ ਸੁਣ ਕੇ ਡਰ ਗਿਆ। the order had to be obeyed. ਹੁਕਮ ਦੀ ਪਾਲਣਾ ਜ਼ਰੂਰ ਕਰਨੀ ਪੈਣੀ ਸੀ। but how could anyone make a rope of ash? ਪਰ ਕੋਈ ਕਿੱਦਾਂ ਸਵਾਹ ਦੀ ਰੱਸੀ ਬਣਾ ਸਕਦਾ ਸੀ। one night, ਇੱਕ ਰਾਤ, in great distress, ਬਹੁਤ ਹੀ ਨਮੋਸ਼ੀ ਵਿੱਚ, ਪਰੇਸ਼ਾਨੀ ਦੇ ਵਿੱਚ, the son whispered the news to his hidden mother. ਤਾਂ ਇਸ ਸਾਰੀ ਖਬਰ ਬਾਰੇ ਉਸਨੇ ਆਪਣੀ ਮਾਂ ਦੇ ਕੰਨਾਂ ਵਿੱਚ ਹੌਲੀ ਜੀ ਗੱਲ ਕੀਤੀ। ਤਾਂ ਉਸਦੀ ਮਾਂ ਨੇ ਕਿਹਾ wait, she said. ਉਸਨੇ ਕਿਹਾ ਇੰਤਜ਼ਾਰ ਕਰ। let me think. ਮੈਨੂੰ ਸੋਚਣ ਦੇ, ਮੈਨੂੰ ਸੋਚਣ ਦੇ। on the second day, ਦੂਜੇ ਦਿਨ, she told him. ਬੁੱਢੀ ਮਾਂ ਨੇ ਆਪਣੇ ਲੜਕੇ ਨੂੰ ਕਿਹਾ what to do, ਕਿ ਕੀ ਕਰਨਾ ਹੈ। make a rope of twisted straw, ਕਿ ਮੁੜੇ ਹੋਏ ਘਾਹ ਫੂਸ ਦੇ ਡੱਕਿਆਂ ਦੇ ਨਾਲ ਇੱਕ ਰੱਸੀ ਬਣਾਈ ਜਾਵੇ। then stretch it upon a row of flat stone, ਅਤੇ ਇਸ ਰੱਸੀ ਨੂੰ ਸਿੱਧੇ ਪੱਥਰਾਂ ਤੇ ਵਿਛਾ ਦਿੱਤਾ ਜਾਵੇ। and burn it on a windless night, ਅਤੇ ਇਸ ਰੱਸੀ ਨੂੰ ਉਸ ਰਾਤ ਅੱਗ ਲਗਾਈ ਜਾਵੇ ਜਦੋਂ ਹਵਾ ਨਾ ਚੱਲ ਰਹੀ ਹੋਵੇ। he called the people together. ਉਸਨੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ। and did as she had said, ਅਤੇ ਉਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਉਸਦੀ ਬੁੱਢੀ ਮਾਂ ਨੇ ਕਿਹਾ ਸੀ। when the blaze died down, ਤੇ ਜਦੋਂ ਉਸ ਅੱਗ ਦਾ ਤਾਪ ਠੰਡਾ ਹੋਇਆ, there upon the stones, ਤੇ ਉਸ ਤੋਂ ਬਾਅਦ ਉਹਨਾਂ ਪੱਥਰਾਂ ਦੇ ਉੱਤੇ, with every twist and fiber showing perfectly, ਤਾਂ ਉਹਨਾਂ ਮੁੜੇ ਹੋਏ ਕਾਨਿਆਂ ਨੂੰ ਜੋ ਅੱਗ ਲੱਗੀ ਸੀ, ਉਸ ਅੱਗ ਦੇ ਠੰਡੇ ਹੋਣ ਤੋਂ ਬਾਅਦ ਵੀ ਉਹ ਉਸੇ ਹੀ ਸ਼ੇਪ ਵਿੱਚ, ਭਾਵ ਉਸੇ ਤਰ੍ਹਾਂ ਹੀ ਮੁੜੀ ਹੋਈ ਸ਼ੇਪ ਦੇ ਵਿੱਚ ਉਹ ਸਵਾਹ ਦੇ ਵਿੱਚ ਪਰਿਵਰਤਿਤ ਹੋ ਗਏ। ਅਤੇ ਉਹਨਾਂ ਦਾ ਆਕਾਰ ਪੂਰੀ ਤਰ੍ਹਾਂ ਇਸ ਤਰ੍ਹਾਂ ਸ਼ੋ ਕਰ ਰਿਹਾ ਸੀ, lay a rope of ash, ਕਿ ਜਿੱਦਾਂ ਸਵਾਹ ਦੀ ਰੱਸੀ ਬਣੀ ਹੋਵੇ। The governor was pleased at the wit of the youth.
ਤਾਂ ਗਵਰਨਰ ਬਹੁਤ ਖੁਸ਼ ਹੋਇਆ ਉਸ ਨੌਜਵਾਨ ਦੀ ਸਿਆਣਪ ਨੂੰ ਦੇਖ ਕੇ, ਬਟ ਹੀ ਡਿਮਾਂਡਡ ਟੂ ਨੋ, ਪਰ ਉਸਨੇ ਇਹ ਜਾਣਨਾ ਚਾਹਿਆ where he had obtained his wisdom from, ਕਿ ਉਸਨੇ ਇਹ ਸਿਆਣਪ ਕਿੱਥੋਂ ਹਾਸਲ ਕੀਤੀ। wisdom ਸਿਆਣਪ। Alas, alas, cried the farmer. The farmer ਚਿल्लाया, ਰਹਿਮ ਰਹਿਮ, the truth must be told, ਹੁਣ ਉਸਨੂੰ ਸੱਚ ਦੱਸਣਾ ਪੈਣਾ ਸੀ। and with deep bows, ਅਤੇ ਬੜੇ ਹੀ ਡੂੰਘੇ ਆਦਰ ਸਤਿਕਾਰ ਦੇ ਨਾਲ he narrated his story, ਉਸਨੇ ਆਪਣੀ ਕਹਾਣੀ ਦਾ ਵਿਖਿਆਨ ਕੀਤਾ। The governor listened, ਗਵਰਨਰ ਨੇ ਉਸਨੂੰ ਸੁਣਿਆ and then meditated in silence, ਅਤੇ ਉਸ ਗਵਰਨਰ ਨੇ ਸ਼ਾਂਤੀ ਵਿੱਚ ਆਪਣਾ ਧਿਆਨ ਲਗਾਇਆ। Finally, ਅਖੀਰ he lifted his head, ਉਸਨੇ ਆਪਣਾ ਸਿਰ ਚੁੱਕਿਆ। Shining needs more than the strength of youth, ਕਿ ਸ਼ਾਈਨਿੰਗ ਪ੍ਰੋਵਿੰਸ ਨੂੰ, ਸ਼ਾਈਨਿੰਗ ਇਲਾਕੇ ਨੂੰ ਆਪਣੇ ਜਵਾਨਾਂ ਦੀ ਤਾਕਤ ਦੇ ਨਾਲੋਂ ਵੀ ਜ਼ਿਆਦਾ ਇੱਕ ਹੋਰ ਚੀਜ਼ ਚਾਹੀਦੀ ਹੈ। He said gravely, gravely ਹੁੰਦਾ ਗੰਭੀਰਤਾ ਨਾਲ, ਉਸਨੇ ਗੰਭੀਰਤਾ ਦੇ ਨਾਲ ਕਿਹਾ, ਆਹ, how could I have forgotten the well known saying, forgotten ਹੁੰਦਾ ਭੁੱਲ ਗਿਆ, well known ਪ੍ਰਚਲਿਤ, saying ਕਹਾਵਤ, ਕਿ ਮੈਂ ਇਹ ਪ੍ਰਚਲਿਤ ਕਹਾਵਤ ਕਿੱਦਾਂ ਭੁੱਲ ਗਿਆ। ਉਹ ਕਿਹੜੀ ਕਹਾਵਤ? With the crown of snow there cometh wisdom, ਸੋ ਇੱਕ ਪੁਰਾਣੀ ਕਹਾਵਤ ਹੈ। crown ਭਾਵ ਤਾਜ, snow ਬਰਫ਼, ਸੋ ਇੱਥੇ snow ਤੋਂ ਭਾਵ ਚਿੱਟੇ ਵਾਲ। ਸੋ ਜਦੋਂ ਸਾਡੇ ਸਿਰ ਤੇ ਚਿੱਟੇ ਵਾਲਾਂ ਦਾ ਤਾਜ ਆਂਦਾ ਹੈ, ਸੋ ਉਸ ਦੇ ਨਾਲ ਅਕਲ ਵੀ ਵੱਧ ਜਾਂਦੀ ਹੈ। ਤਾਂ ਉਸ ਗਵਰਨਰ ਨੇ ਕਿਹਾ ਕਿ ਮੈਂ ਇਹ ਪ੍ਰਚਲਿਤ ਕਹਾਵਤ ਕਿੱਦਾਂ ਭੁੱਲ ਗਿਆ ਕਿ with the crown of snow there cometh wisdom, that very hour, ਉਸੇ ਵੇਲੇ the cruel law was abolished, cruel ਹੁੰਦਾ ਜ਼ਾਲਮਾਨਾ, abolished ਖਤਮ ਕਰ ਦਿੱਤਾ ਗਿਆ, ਤੇ ਉਹ ਜ਼ਾਲਮਾਨਾ ਕਾਨੂੰਨ ਨੂੰ ਖਤਮ ਕਰ ਦਿੱਤਾ ਗਿਆ। as he realized, ਕਿਉਂਕਿ ਉਸਨੂੰ ਅਹਿਸਾਸ ਹੋਇਆ that old age meant experience of life, ਕਿ ਬੁਢੇਪੇ ਦਾ ਮਤਲਬ ਹੈ ਜ਼ਿੰਦਗੀ ਦਾ ਅਨੁਭਵ, ਜ਼ਿੰਦਗੀ ਦਾ ਤਜਰਬਾ, and not frailty, ਨਾ ਕਿ ਜ਼ਿੰਦਗੀ ਦੀ ਕਮਜ਼ੋਰੀ। Adapted from Matsuo Basho, ਭਾਵ ਇਹ ਚੈਪਟਰ ਮੈਟਸੂਓ ਬੈਸ਼ੂ ਤੋਂ ਲਿਆ ਗਿਆ ਹੈ। ਸੋ ਬਹੁਤ ਹੀ ਅੱਛੀ ਸਟੋਰੀ, ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਇੱਕ ਅੱਛਾ ਚੈਪਟਰ, ਅੱਛੀ ਸਟੋਰੀ ਉਹ ਹੁੰਦੀ ਹੈ ਜੋ ਸਾਨੂੰ ਕਾਫੀ ਕੁਝ ਸੋਚਣ ਨੂੰ ਮਜਬੂਰ ਕਰੇ, ਜਿਸ ਤੋਂ ਸਿੱਖਣ ਨੂੰ ਅਲੱਗ-ਅਲੱਗ ਬੰਦਿਆਂ ਨੂੰ ਅਲੱਗ-ਅਲੱਗ ਚੀਜ਼ਾਂ ਮਿਲਣ, ਤੇ ਜੋ ਸਟੋਰੀ ਕਈ ਸਵਾਲ ਸਾਡੇ ਮਨਾਂ ਵਿੱਚ ਛੱਡ ਦੇਵੇ ਜੋ ਅਸੀਂ ਆਪਣੇ ਆਪ ਨੂੰ ਪੁੱਛਣੇ ਹੁੰਦੇ ਹਨ। ਸੋ ਉਮੀਦ ਹੈ ਅਸੀਂ ਸਾਰੇ ਇਸ ਸਟੋਰੀ ਤੋਂ ਪੂਰਾ ਲਾਹਾ ਲੈਂਦੇ ਹੋਏ, ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਹੋਏ ਆਪਣੀ ਲਾਈਫ ਨੂੰ ਬਸਰ ਕਰਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਜਿਹਦੇ ਵਿੱਚ ਅਸੀਂ ਐਕਟੀਵਿਟੀ 2 ਕਰਾਂਗੇ ਤੇ ਉਹਦੇ ਕੁਐਸਚਨ ਆਨਸਰ ਕਰਾਂਗੇ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ ਵੀਡੀਓ। ਇਹ 2 ਵੀਡੀਓਜ਼ ਮੈਂ ਤੁਹਾਡੇ ਲਈ ਹੋਰ ਸਿਲੈਕਟ ਕੀਤੀਆਂ, ਉਮੀਦ ਹੈ ਤੁਹਾਨੂੰ ਇਹ ਵੀ ਪਸੰਦ ਆਣਗੀਆਂ। ਨਾਲ ਹੀ ਤੁਹਾਡੇ ਨਾਲ ਸੰਬੰਧਿਤ ਪਲੇਲਿਸਟ ਵੀ ਮੈਂ ਅਟੈਚ ਕਰ ਦਿੱਤੀ ਹੈ। ਉਮੀਦ ਹੈ ਤੁਹਾਨੂੰ ਮੇਰੇ ਵੱਲੋਂ ਕੀਤੀਆਂ ਜਾਣ ਵਾਲੀਆਂ ਐਫਰਟਸ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਮਿਲਦੇ ਹਾਂ ਅਗਲੀ ਵੀਡੀਓ ਵਿੱਚ।